ਇਹ ਕਿਹੋ ਜਿਹਾ ਬਦਲਾਅ ਹੈ ਯਾਰ। ਤੁਸੀਂ ਕਮ ਸੇ ਕਮ ਅਫਸਰਾਂ ਨੂੰ ਇੰਨਾ ਖਿੱਚ ਹੀ ਨਹੀਂ ਸਕਦੇ, ਮਹਿਕਮਿਆਂ ਨੂੰ ਇਹ ਹਦਾਇਤਾਂ ਹੀ ਨਹੀਂ ਜਾਰੀ ਕਰ ਸਕਦੇ। ਇਹਨਾਂ ਦੋਵਾਂ ਮਹਿਕਮਿਆਂ ਦੇ ਮੰਤਰੀਆਂ ਨੂੰ ਅਪੀਲ ਹੈ ਕਿ ਹੈਗੇ ਤੇ ਤੁਸੀਂ ਨਾਂ ਦੇ ਮੰਤਰੀ ਜੇ, ਪਰ ਇਹਨਾਂ ਗਲਤ ਕੰਮਾਂ ਦੇ ਉੱਤੇ ਐਕਸ਼ਨ ਜ਼ਰੂਰ ਲਿਆ ਕਰੋ। ਜਿਹੜੇ ਵੀ ਠੇਕੇਦਾਰ ਨੇ ਪਾਈ ਹੈ ਉਹਦੇ ਕੋਲੋਂ ਇਹਦੀ ਭਰਪਾਈ ਜਾਂ ਇਹਦੀ ਪਾਈਪਲਾਈਨ ਪੈਣ ਤੋਂ ਬਾਅਦ ਰਿਪੇਅਰ ਕਰਾਈ ਜਾਵੇ। ਸਾਥੀਓ, ਇਹ ਸ੍ਰੀ ਅੰਮ੍ਰਿਤਸਰ ਸਾਹਿਬ ਦਾ 100 ਫੁੱਟੀ ਰੋਡ ਹੈ ਤੇ ਬਹੁਤ ਮਸ਼ਹੂਰ ਸੜਕ ਹੈ। GT ਰੋਡ ਦੇ ਉੱਤੇ ਪੈਂਦੀ ਹੈ 100 ਫੁੱਟੀ ਤੇ ਬਹੁਤ ਪੁਰਾਣਾ ਇੱਥੇ ਮਤਲਬ ਸਾਰੀ ਇੰਡਸਟਰੀ ਹੈ ਜਿਹੜੀ ਇਸ ਏਰੀਆ ਦੇ ਵਿੱਚ ਸੀਗੀ। ਇੱਥੇ ਕੱਲ ਮੈਨੂੰ ਲੋਕਾਂ ਤੋਂ ਬਹੁਤ ਫੋਨ ਆਏ। ਅੱਜ ਮੈਂ ਸੀਨੀਅਰ ਡਿਪਟੀ ਮੇਅਰ ਨੇ ਰਮਨ ਬਖਸ਼ੀ ਜੀ, ਉਹਨਾਂ ਨੂੰ ਰਿਕੁਐਸਟ ਕੀਤੀ ਕਿ ਤੁਸੀਂ ਵੀ ਆ ਕੇ ਵੇਖੋ ਇੱਥੇ ਹਾਲਾਤ ਕੀ ਬਣਾ ਦਿੱਤੇ ਦੋ ਮਹਿਕਮਿਆਂ ਨੇ ਰਲ ਕੇ, ਕਿ ਇਹ ਦੋ ਮਹਿਕਮਿਆਂ ਨੇ ਹਾਲਾਤ ਇਹ ਬਣਾਏ ਵੀ ਅੰਨੀ ਪੀਵੇ ਤੇ ਕੁੱਤੀ ਚੱਟੇ। ਆ ਸੜਕ ਕੱਲ 1:30 ਵਜੇ ਪਾਈ ਗਈ ਹੈ। 1:30 ਵਜੇ ਕੱਲ 18 ਤਰੀਕ ਨੂੰ ਸੜਕ ਪਾਈ ਜਾਂਦੀ ਹੈ ਔਰ 4 ਵਜੇ ਸੜਕ ਇੱਥੇ ਡਿੱਚ ਮਸ਼ੀਨ ਲਾ ਕੇ ਪੁੱਟ ਦਿੱਤੀ ਜਾਂਦੀ ਹੈ। ਜਿਹੜੇ ਨਾਲ ਮੈਂ ਤੁਹਾਨੂੰ ਸ਼ਾਰਟਸ ਅਜੇ ਵਿਖਾ ਦੂੰਗਾ। ਜਦੋਂ ਕੁਝ ਹਿੱਸਾ ਪੁੱਟਿਆ ਗਿਆ ਤੇ ਲੋਕਾਂ ਨੇ ਬਹੁਤ ਜ਼ਿਆਦਾ ਵਿਰੋਧ ਕੀਤਾ ਵੀ ਇਹ ਪੁੱਟਣੀ ਸੀਗੀ ਤੇ ਪਾਉਣੀ ਕਿਉਂ ਸੀਗੀ। ਇਸ ਤੇ ਪਹਿਲਾਂ ਹੀ ਤੁਸੀਂ ਕੰਮ ਕਰ ਲੈਂਦੇ। ਕੋਈ ਪਾਣੀ ਦੀ ਪਾਈਪਲਾਈਨ ਪੈਣੀ ਹੈ। ਜਦੋਂ ਮੈਂ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਆਂਦੇ ਜੀ ਅਜੇ ਹੋਰ ਪੁੱਟਣੀ ਹੈ, ਸਾਡਾ ਕੰਮ ਅਧੂਰਾ ਹੈ। ਫੇਰ ਜੇ ਤੁਸੀਂ ਪੁੱਟਣੀ ਸੀਗੀ ਤੇ ਇਹ ਸੜਕ ਜਿਹੜੀ ਇਹ ਪਾਈ ਕੋ ਗਈ, ਇਹਦੀ ਵੇਟ ਕਰ ਲਈ ਜਾਂਦੀ। ਮੈਂ ਕਾਰਪੋਰੇਸ਼ਨ ਦੇ SC ਨੇ ਉਹਨਾਂ ਨੂੰ ਫੋਨ ਕੀਤਾ, ਦੋਵੇਂ SC ਨੇ। ਉਹ ਅੱਗੋਂ ਕਹਿੰਦੇ ਨੇ ਕਿ ਅਸੀਂ ਬਹੁਤ ਦਫਾ ਕੱਲ PWD ਜਿਨ੍ਹਾਂ ਨੇ ਸੜਕ ਪਾਈ ਹੈ ਉਹਨਾਂ ਨੂੰ ਬਹੁਤ ਦਫਾ ਕਿਹਾ ਕਿ ਸਾਡਾ ਜੇ ਕੰਮ ਚੱਲਣਾ ਹੈ ਇਹਦੇ ਉੱਤੇ ਸੜਕ ਨਾ ਪਾਈ ਜਾਵੇ। ਸਾਨੂੰ ਸਿਰਫ 4 ਘੰਟੇ ਦਾ ਸਮਾਂ ਦੇ ਦਿੱਤਾ ਜਾਵੇ ਕਿ ਅਸੀਂ ਆਪਣੀ ਪਾਈਪਲਾਈਨ ਪਾ ਲਈਏ ਤੇ ਉਸ ਤੋਂ ਬਾਅਦ ਤੁਸੀਂ ਉਹਦੇ ਉੱਤੇ ਸੜਕ ਪਾ ਲਿਓ। ਤੇ ਬੜੇ ਦੁੱਖ ਦੀ ਗੱਲ ਹੈ ਕਿ ਆਪਸੀ ਮਹਿਕਮਿਆਂ ਦੇ ਵਿੱਚ ਇਹਨਾਂ ਦਾ ਤਾਲਮੇਲ ਹੀ ਨਹੀਂ ਹੈਗਾ। ਉਹ ਇਹਨਾਂ ਨੂੰ ਅੱਗੋਂ ਕੀ ਕਹਿੰਦੇ ਨੇ ਕਿ ਤੁਸੀਂ ਆਪਣਾ ਕੰਮ ਕਰੋ, ਸਾਨੂੰ ਆਪਣਾ ਕੰਮ ਕਰਨ ਦਿਓ। ਫੇਰ ਮੈਂ ਫੋਨ ਕੀਤਾ PWD ਦੇ ਐਕਸੀਅਨ ਨੂੰ ਕਿ ਇਹ 1 ਸਾਲ ਪੁਰਾਣਾ ਕੰਮ ਸੀਗਾ। ਕਿਸੇ ਵਾਰਡ ਦੇ ਵਿੱਚ ਸੜਕ ਪੈਣੀ ਸੀਗੀ, ਇਸ ਚੱਲਦੀ ਸੜਕ ਦੇ ਉੱਤੇ ਤੁਸੀਂ ਲੁੱਕ ਕਿਉਂ ਪਾਈ, ਤੁਸੀਂ ਸੜਕ ਕਿਉਂ ਪਾਈ। ਤੇ ਉਹ ਅੱਗੋਂ ਮੈਨੂੰ ਜਵਾਬ ਦਿੰਦੇ ਨੇ ਕਿ ਲੋਕਾਂ ਦੇ ਸਾਨੂੰ ਬਹੁਤ ਸਾਰੇ ਫੋਨ ਆਏ। ਹੁਣ ਇੱਕ ਸੁਭਾਵਿਕ ਜੀ ਗੱਲ ਹੈ, ਜੇ ਲੋਕਾਂ ਦੀ ਡਿਮਾਂਡ ਹੋਊਗੀ ਤੇ ਉਹ ਕਾਰਪੋਰੇਸ਼ਨ ਨੂੰ ਹੋਊਗੀ ਜਾਂ ਸੰਬੰਧਿਤ ਜਿਹੜਾ ਮਹਿਕਮਾ ਹੈ ਉਹਨੂੰ ਹੋਊਗੀ ਜਾਂ ਇੰਪਰੂਵਮੈਂਟ ਟਰਸਟ ਨੂੰ ਹੋਊਗੀ ਜਿਹੜੀ ਕੰਮ ਕਰਾਉਂਦੇ ਆ। ਕਦੀ ਲੋਕ ਸ਼ਹਿਰ ਵਾਲੇ ਸਿੱਧੇ ਤੌਰ ਤੇ ਵੀ PWD ਨੂੰ ਡਿਮਾਂਡ ਕਰਦੇ ਨੇ। ਫਿਰ ਉਹਨਾਂ ਨੂੰ ਮੈਂ ਪੁੱਛਿਆ ਤੁਸੀਂ ਇਹ ਲੁੱਕ ਪਾਉਣ ਤੋਂ ਪਹਿਲਾਂ ਕਾਰਪੋਰੇਸ਼ਨ ਕੋਲੋਂ NOC ਲਈ ਹੈ ਤੇ ਕਹਿੰਦੇ ਨਹੀਂ ਲਈ ਗਈ। ਇੱਥੇ ਹਾਲਾਤ ਕੀ ਬਣਦੇ ਆ ਜੋ ਪਿਛਲੀਆਂ ਸਰਕਾਰਾਂ ਚੱਲਦੇ ਰਹੇ ਆ। ਜਦੋਂ MLA ਕੋਲ ਫੰਡ ਆਉਂਦਾ ਸੀ ਨਾ, ਉਹਨਾਂ ਦੀ ਮਰਜ਼ੀ ਦੇ ਮੁਤਾਬਕ ਜਿੱਥੇ ਜਿੱਥੇ ਉਹਨਾਂ ਦੇ ਅਫਸਰ ਝੇਤੇ ਲੱਗੇ ਹੁੰਦੇ ਸੀ ਜਿਸ ਮਹਿਕਮੇ ਦੇ ਵਿੱਚ, ਉਹ ਚਾਹਣ ਸਰਕਾਰ ਵੱਲੋਂ ਚਾਹੇ ਇੰਪਰੂਵਮੈਂਟ ਟਰਸਟ ਤੋਂ ਕੰਮ ਕਰਾ ਦੇਣ ਆਪਣੇ ਫੰਡਾਂ ਦਾ, ਉਹਨਾਂ ਦੇ ਅਫਸਰ ਜੇ ਝੇਤੇ ਕਾਰਪੋਰੇਸ਼ਨ ਦੇ ਵਿੱਚ ਲੱਗੇ ਹੋਣ ਤੇ ਉੱਥੋਂ ਕੰਮ ਕਰਾ ਸਕਦੇ ਨੇ। ਤੇ ਕਈਆਂ ਦੇ ਝੇਤੇ ਜਿਹੜੇ ਅਫਸਰ ਆ ਉਹ PWD ਦੇ ਵਿੱਚ ਲੱਗੇ ਹੁੰਦੇ ਸੀਗੇ, ਇਹ ਕੰਮ ਉਹਨਾਂ ਨੂੰ ਅਲਾਟ ਕਰ ਦਿੱਤਾ ਜਾਂਦਾ ਸੀਗਾ। ਮੈਂ ਵੀ ਸਪਸ਼ਟ ਕਰਨਾ ਚਾਹੁੰਦਾ ਕਿ ਕੰਮ ਜਿਹੜਾ ਅਲਾਟ ਹੋਇਆ ਸੀਗਾ ਇਹ ਸਰਕਾਰ ਬਣਨ ਤੋਂ ਪਹਿਲਾਂ ਹੋਇਆ ਸੀਗਾ, ਪਰ ਇਹਦੀ ਦੇਖ ਰੇਖ ਤੇ ਨਵੀਂ ਸਰਕਾਰ ਦੇ ਅੰਡਰ ਹੀ ਆਉਂਦੀ ਹੈ ਨਾ। ਸੋ ਜਿੱਥੇ ਜਿਹਦੀ ਸੈਟਿੰਗ ਹੈ ਉਹ ਉੱਥੋਂ ਕੰਮ ਕਰਾ ਲੈਂਦਾ ਔਰ ਜਿਹਦਾ ਜਿਵੇਂ ਦਿਲ ਕਰਦਾ। ਇਹ ਜ਼ਰੂਰੀ ਨਹੀਂ ਕਿ ਉਹਦੇ ਵਿੱਚ ਲਿਖਿਆ ਗਿਆ ਸੀ ਇਹੋ ਸੜਕ ਪੈਣੀ ਹੈ। ਜਿੱਥੇ ਉਹਦਾ ਜੀ ਕਰਦਾ, ਜਿੱਥੇ ਉਹਨੂੰ ਸੌਖਾ ਲੱਗਦਾ, ਉੱਥੇ ਉਹ ਬਣੀ ਸੜਕ ਦੇ ਉੱਤੇ ਵੀ ਸੜਕ ਪਾ ਦਿੰਦੇ ਨੇ। ਇਹ ਲੋਕਾਂ ਦੇ ਪੈਸੇ ਦੀ ਬਰਬਾਦੀ ਹੈ, ਲੋਕਾਂ ਦੇ ਦਿੱਤੇ ਟੈਕਸ ਦੀ ਬਰਬਾਦੀ ਹੈ। ਫਿਰ ਮੈਂ ਉਹਨਾਂ ਨੂੰ ਪੁੱਛਿਆ ਕਿ ਬਰਸਾਤ ਦੇ ਦਿਨ ਚੱਲਦੇ ਨੇ, ਪਤਾ ਹੀ ਨਹੀਂ ਲੱਗਦਾ ਮੀਂਹ ਕਦੋਂ ਆ ਜਾਣਾ, ਤੇ ਤੁਸੀਂ ਬਰਸਾਤ ਦੇ ਵਿੱਚ ਅੱਗੋਂ ਪਿੱਛੋਂ ਤੇ ਦੁਨੀਆ ਮਰਦੀ ਰਹਿੰਦੀ, ਤੁਹਾਨੂੰ ਫੋਨ ਕਰਦੀ ਰਹਿੰਦੀ ਹੈ। ਇਹ ਬਰਸਾਤ ਦੇ ਦਿਨਾਂ ਦੇ ਵਿੱਚ ਤੁਸੀਂ ਇਹ ਸੜਕ ਕਿਉਂ ਪਾਈ। ਜੇ ਆਪਾਂ ਰੀਸਾਂ ਤੇ ਕਰਦੇ ਬਾਹਰਲੇ ਮੁਲਕਾਂ ਦੀਆਂ, ਉੱਥੇ ਤੇ ਹੁੰਦਾ ਕਿ ਜਦੋਂ ਕੋਈ ਕੰਮ ਜਾਰੀ ਹੋਣਾ ਸਾਰਾ ਹੀ ਇੱਕ ਪਲਾਨ ਬਣਾ ਲਿਆ ਜਾਂਦਾ, ਇੱਕ ਨਕਸ਼ਾ ਬਣਾ ਲਿਆ ਜਾਂਦਾ, ਜੋ ਕੁਝ ਵੀ ਹੋਣਾ ਇੱਕੋ ਵਾਰੀ ਕਰਕੇ ਤੇ ਫਿਰ ਉਹਦੇ ਉੱਤੇ ਕੰਪਲੀਟ ਕੀਤਾ ਜਾਂਦਾ। ਪਰ ਸਾਡੇ ਇੱਥੇ ਜਿਹੜਾ ਸਿਸਟਮ ਹੈ ਉਹ ਕਮਿਸ਼ਨਾਂ ਦੇ ਚੱਕਰ ਨੇ, ਬਿੱਲ ਬਣਾਉਣੇ ਹੁੰਦੇ ਨੇ ਤੇ ਉਸੇ ਚੱਕਰ ਦੇ ਵਿੱਚ ਇਹਨੂੰ ਡਿਵੈਲਪਮੈਂਟ ਦਾ ਨਾਂ ਦੇ ਦਿੱਤਾ ਜਾਂਦਾ। ਮੈਂ ਪੁੱਛਣਾ ਚਾਹੁੰਦਾ ਸਰਕਾਰ ਨੂੰ ਕਿ ਇਹ ਕਿਹੋ ਜਿਹਾ ਬਦਲਾਅ ਹੈ ਯਾਰ। ਤੁਸੀਂ ਕਮ ਸੇ ਕਮ ਅਫਸਰਾਂ ਨੂੰ ਇੰਨਾ ਖਿੱਚ ਹੀ ਨਹੀਂ ਸਕਦੇ, ਮਹਿਕਮਿਆਂ ਨੂੰ ਇਹ ਹਦਾਇਤਾਂ ਹੀ ਨਹੀਂ ਜਾਰੀ ਕਰ ਸਕਦੇ ਕਿ ਇੱਕ ਦੂਜੇ ਦੇ ਨਾਲ ਤਾਲਮੇਲ ਰੱਖਿਆ ਜਾਵੇ। ਹੁਣ ਦੁੱਖ ਜਿਹੜਾ ਸਭ ਤੋਂ ਵੱਡਾ ਕਿ ਸਾਡੇ ਸ਼ਹਿਰ ਦੇ ਇਹਨਾਂ ਦੋਵਾਂ ਮਹਿਕਮਿਆਂ ਦੇ ਮੰਤਰੀ, PWD ਦੇ ਤੇ ਲੋਕਲ ਗਵਰਨਮੈਂਟ ਦੇ ਮੰਤਰੀ, ਉਹ ਦੋਵੇਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨੇ। ਮੈਂ ਉਹਨਾਂ ਨੂੰ ਵੀ ਇੱਕ ਗੱਲ ਕਹਿਣੀ ਚਾਹੁੰਦਾ ਕਿ ਤੁਹਾਨੂੰ ਲੋਕਾਂ ਦੇ ਕੰਮਾਂ ਨਾਲ ਕੋਈ ਮਤਲਬ ਨਹੀਂ,
ਤੁਹਾਨੂੰ ਸਿਰਫ ਲੋਕਾਂ ਨੇ ਲੱਖਿਆ ਜਿਹੜੇ ਤੁਹਾਡੇ ਚੇਤੇ ਨੇ ਘਰਾਂ ਦੇ ਵਿੱਚ ਰੋਟੀਆਂ ਕਰਨ ਨੂੰ, ਬਾਹਰ ਗਨਮੈਨ ਖਲੋਤੇ ਰਹਿਣ ਤੇ ਅਫਸਰ ਆ ਕੇ ਖਲੋਤੇ ਰਹਿਣ ਤੇ ਤੁਹਾਡੇ ਚੇਤਿਆਂ ਦੀ ਟੌਰ ਬਣਦੀ ਰਵੇ। ਪ੍ਰਾਈਵੇਟ ਕੰਮਾਂ ਦੇ ਤੁਸੀਂ ਮਹੂਰਤ ਕਰਦੇ ਰਹਿੰਦੇ ਹੋ ਜਾ ਕੇ। ਇਸ ਸਰਕਾਰੀ ਕੰਮ ਦੇ ਉੱਤੇ ਕੱਲ ਦਾ ਇੰਨਾ ਰੌਲਾ ਪੈ ਰਿਹਾ, ਇੰਨਾ ਵੱਡਾ ਨੁਕਸਾਨ ਹੈ ਸ਼ਹਿਰ ਦਾ, ਤੇ ਤੁਸੀਂ ਲੋਕਾਂ ਨੇ ਦੋਵਾਂ ਮੰਤਰੀਆਂ ਨੇ ਇੱਥੇ ਆਉਣ ਦੀ ਜ਼ਹਿਮਤ ਵੀ ਨਹੀਂ ਠਾਈ। ਇੰਨਾ ਟਾਈਮ ਵੀ ਨਹੀਂ ਹੈਗਾ ਤੁਹਾਡੇ ਕੋਲ ਲੋਕਾਂ ਕੋਲੋਂ ਵੋਟਾਂ ਲੈਣੀਆਂ। ਇਹਨਾਂ ਲੋਕਾਂ ਨੇ ਤੁਹਾਨੂੰ ਸਿਹਰੇ ਪਾਏ ਨੇ, ਇਹਨਾਂ ਲੋਕਾਂ ਤੁਹਾਨੂੰ ਗੱਦੀਆਂ ਤੇ ਬਿਠਾਇਆ, ਔਰ ਇਹਦੇ ਬਦਲੇ ਤੁਹਾਡਾ ਇੱਥੇ ਹਾਜ਼ਰੀ ਭਰਨਾ ਤੇ ਜ਼ਰੂਰੀ ਹੈ, ਲੋਕਾਂ ਦਾ ਦੁੱਖ ਸੁੱਖ ਸੁਣਨਾ ਤੇ ਜ਼ਰੂਰੀ ਹੈ। ਜਦੋਂ ਨਹੀਂ ਆਏ ਫਿਰ ਅੱਜ ਮੈਂ ਫੋਨ ਕੀਤਾ ਐਸਸੀ ਕਾਰਪੋਰੇਸ਼ਨ ਨੂੰ, ਸ਼ਹਿਰ ਦੇ ਮੇਅਰ ਨੂੰ, ਸਾਡੇ ਨਾਲ ਸੀਨੀਅਰ ਡਿਪਟੀ ਮੇਅਰ ਆਏ ਨੇ, ਇਹਨਾਂ ਨੂੰ ਰਿਕੁਐਸਟ ਕੀਤੀ ਤੇ ਇਹਨਾਂ ਨੇ ਮੌਕਾ ਵੇਖਿਆ। ਮੈਂ ਇਹਨਾਂ ਸਾਰਿਆਂ ਨੂੰ ਇੱਕ ਰਿਕੁਐਸਟ ਕੀਤੀ ਹੈ ਕਿ ਆਹ ਦੇਖੋ ਸਾਰੀ ਸੜਕ ਪੁੱਟੀ ਗਈ ਹੈ, ਇਹ ਦੁਬਾਰਾ ਸੜਕ ਪੈਣ ਵਾਲੀ ਹੈ ਔਰ ਪਾਈਪਲਾਈਨ ਇਹਦੇ ਹੋਰ ਪੈਣੀ ਹੈ। ਇਹ 300-400 ਫੁੱਟ ਤੱਕ, ਮੇਰਾ ਖਿਆਲ 300-400 ਮੀਟਰ ਦਾ, ਅੱਧੇ ਕਿਲੋਮੀਟਰ ਦੇ ਕਰੀਬ ਜਿਹੜਾ ਟੋਟਾ ਬਣ ਜਾਂਦਾ ਵਾ। ਇੱਥੇ ਦੁਬਾਰਾ ਪਾਈਪਲਾਈਨ ਪੈਣੀ ਹੈ। ਜਿਹੜੇ ਵੀ ਠੇਕੇਦਾਰ ਨੇ ਪਾਈ ਹੈ ਉਹਦੇ ਕੋਲੋਂ ਇਹਦੀ ਭਰਪਾਈ ਜਾਂ ਇਹਦੀ ਪਾਈਪਲਾਈਨ ਪੈਣ ਤੋਂ ਬਾਅਦ ਰਿਪੇਅਰ ਕਰਾਈ ਜਾਵੇ। ਕਾਰਪੋਰੇਸ਼ਨ ਵੱਲੋਂ PWD ਨੂੰ ਲਿਖ ਕੇ ਭੇਜਿਆ ਜਾਵੇ ਕਿ ਉਨੀ ਦੇਰ ਉਹਦਾ ਬਿੱਲ ਕੰਪਲੀਟ ਨਹੀਂ ਬਣੂਗਾ ਜਿੰਨੀ ਦੇਰ ਤੱਕ ਇਹ ਸੜਕ ਰਿਪੇਅਰ ਨਹੀਂ ਹੋਊਗੀ। ਔਰ ਮੈਨੂੰ ਕਾਰਪੋਰੇਸ਼ਨ ਵਾਲਿਆਂ ਨੇ ਕਹਿ ਦਿੱਤਾ, ਬਖਸ਼ੀ ਸਾਹਿਬ ਨੇ ਵੀ ਗੱਲ ਕੀਤੀ ਹੈ ਕਿ ਉਨੀ ਦੇਰ ਵਾਕਿਆ ਹੀ ਉਹਨਾਂ ਦਾ ਬਿੱਲ ਨਹੀਂ ਬਣੂਗਾ ਜਿੰਨੀ ਦੇਰ ਤੱਕ ਇਹਦੀ ਰਿਪੇਅਰ ਨਹੀਂ ਕਰੂਗਾ। ਔਰ ਦੂਜੇ ਪਾਸੇ ਮੈਂ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੁੰਦਾ, ਜਿਹੜੇ ਲੋਕਲ ਜਿਹੜੇ ਬਸ਼ਿੰਦੇ ਹੁੰਦੇ ਨੇ ਇੱਥੋਂ ਦੇ, ਕਿ ਮੈਨੂੰ ਜਾਂ ਰਮਨ ਜੀ ਨੂੰ ਨਾ ਡੀਕਿਆ ਜਾਵੇ, ਕੋਈ ਬੰਦਾ ਨਾ ਲੱਭਿਆ ਜਾਵੇ ਵੀ ਕੌਣ ਸਾਡੀ ਆਵਾਜ਼ ਚੁੱਕੂਗਾ। ਤੁਹਾਨੂੰ ਲੋਕਾਂ ਨੂੰ ਚਾਹੀਦਾ ਸੀਗਾ, ਸੋਸ਼ਲ ਮੀਡੀਆ ਐਡਾ ਸਟਰੋਂਗ ਪਲੇਟਫਾਰਮ ਹੈ, ਤੁਹਾਨੂੰ ਕੱਲ ਹੀ ਚਾਹੀਦਾ ਸੀਗਾ ਕਿ ਇੱਥੇ ਇਹਨੂੰ ਤੁਸੀਂ ਰੌਲਾ ਪਾਉਂਦੇ, ਆਪਣਾ ਪ੍ਰੋਟੈਸਟ ਜ਼ਾਹਰ ਕਰਦੇ, ਆਪਣਾ ਕੋਈ ਪ੍ਰਦਰਸ਼ਨ ਕਰਦੇ ਤੇ ਸੋਸ਼ਲ ਮੀਡੀਆ ਤੇ ਉਹ ਵਾਇਰਲ ਵੀ ਹੋ ਸਕਦਾ ਸੀਗਾ ਤੇ ਸਰਕਾਰ ਤੱਕ ਉਹ ਮੈਸੇਜ ਵੀ ਜਾ ਸਕਦਾ ਸੀਗਾ। ਸੋ ਆਪਣਾ ਫਰਜ਼ ਆਪਣੇ ਸ਼ਹਿਰ ਲਈ, ਆਪਣੇ ਮਹੱਲੇ ਲਈ, ਆਪਣੇ ਇਲਾਕੇ ਲਈ ਜ਼ਰੂਰ ਸਮਝਿਆ ਕਰੋ। ਔਰ ਮੈਂ ਸਰਕਾਰ ਨੂੰ ਵੀ ਇੱਕ ਗੱਲ ਕਹਿਣੀ ਚਾਹੁੰਦਾ ਕਿ ਇਹਨਾਂ ਠੱਗੀਆਂ ਤੋਂ, ਇਹਨਾਂ ਚੀਜ਼ਾਂ ਤੋਂ ਦੁਖੀ ਹੋ ਕੇ ਲੋਕਾਂ ਨੂੰ ਉਹਨਾਂ ਲਾਂਭੇ ਕੀਤਾ ਤੇ ਤੁਹਾਨੂੰ ਚੁਣਿਆ। ਇਹਦੇ ਉੱਤੇ ਵੀ ਕੋਈ ਪਾਲਿਸੀ ਤੇ ਸਖਤੀ ਹੋਣੀ ਚਾਹੀਦੀ ਹੈ। ਜ਼ਰੂਰੀ ਨਹੀਂ ਕਿ ਫੜ ਸਾਰੇ ਲੀਡਰ ਟੰਗੀ ਜਾਓ, ਜਿਹੜੇ ਅਫਸਰ ਵੀ ਕਤਾਈ ਕਰਦੇ ਨੇ ਉਹਨਾਂ ਨੂੰ ਵੀ ਸਜ਼ਾਵਾਂ ਦੇਣੀਆਂ ਚਾਹੀਦੀਆਂ। ਪਰ ਹੁੰਦਾ ਕੀ ਹੈ ਕਿ ਅਫਸਰ ਦੀ ਇਨਕੁਆਇਰੀ ਜਿਹੜੀ ਕਰਨੀ ਹੁੰਦੀ ਅਫਸਰ ਨੇ, ਉਹ ਕਿਸੇ ਪੋਲੀਟੀਸ਼ੀਅਨ ਨੇ ਨਹੀਂ ਕਰਨੀ ਹੁੰਦੀ, ਉਹ ਹਮੇਸ਼ਾ ਹੀ ਆਪਣੇ ਅਫਸਰਾਂ ਨੂੰ ਬਚਾ ਲੈਂਦੇ ਨੇ। ਸੋ ਇਹੋ ਜਿਹਾ ਮੈਸੇਜ ਵੀ ਜਾਣਾ ਚਾਹੀਦਾ ਕਿ ਜੋ ਪਿਛਲੀ ਸਰਕਾਰ 'ਚ ਠੱਗੀਆਂ ਵੱਜਦੀਆਂ ਰਹੀਆਂ ਨੇ ਜਾਂ ਗਲਤ ਕੰਮ ਹੁੰਦੇ ਰਹੇ ਆ, ਉਹ ਬੰਦ ਹੋਣੇ ਚਾਹੀਦੇ ਆ। ਸੋ ਮੇਰੀ ਇਹਨਾਂ ਦੋਵਾਂ ਮਹਿਕਮਿਆਂ ਦੇ ਮੰਤਰੀਆਂ ਨੂੰ ਅਪੀਲ ਹੈ ਕਿ ਹੈਗੇ ਤੇ ਤੁਸੀਂ ਨਾਂ ਦੇ ਮੰਤਰੀ ਜੇ, ਪਰ ਇਹਨਾਂ ਗਲਤ ਕੰਮਾਂ ਦੇ ਉੱਤੇ ਐਕਸ਼ਨ ਜ਼ਰੂਰ ਲਿਆ ਕਰੋ। ਮੈਂ ਧੰਨਵਾਦ ਕਰਦਾ ਰਮਨ ਬਖਸ਼ੀ ਜੀ ਦਾ। ਹੁਣ ਮੈਂ ਉਹਨਾਂ ਨੂੰ ਕਹੂੰਗਾ ਕਿ ਜੋ ਤੁਹਾਡੇ ਨਾਲ ਗੱਲਬਾਤ ਹੋਈ ਆ, ਜੋ ਸਾਡੀ ਡਿਮਾਂਡ ਹੈ ਪਬਲਿਕ ਦੀ ਇਸ ਇਲਾਕੇ ਦੀ, ਤੁਸੀਂ ਉਹਦੇ ਨਾਲ ਸਹਿਮਤ ਹੋ ਔਰ ਤੁਸੀਂ ਉਹਦੇ ਉੱਤੇ ਐਕਸ਼ਨ ਲੈਣ ਲਈ ਸਾਨੂੰ ਆਸ ਹੈ ਕਿ ਉਹਦੇ ਉੱਤੇ ਤੁਸੀਂ ਐਕਸ਼ਨ ਲਓਗੇ। ਰਮਨ ਬਖਸ਼ੀ ਜੀ, ਅੱਜ ਜਿਹੜਾ ਇਹ ਮੁੱਦਾ 100 ਫੁੱਟੀ ਰੋਡ ਤੇ ਬਣਿਆ, ਇਹ ਸਾਰੇ ਸ਼ਹਿਰ ਦੀ ਤਰਾਸਦੀ ਆ, ਕਿਉਂਕਿ ਮਹਿਕਮਿਆਂ ਦੇ ਵਿੱਚ ਜਿਹੜਾ ਆਪਸੀ ਤਾਲਮੇਲ ਨਹੀਂ ਹੈਗਾ। ਉਹਦਾ ਕਾਰਨ ਆ ਵੀ ਇਹੋ ਜਿਹੀਆਂ ਚੀਜ਼ਾਂ ਬਣਦੀਆਂ ਆ। ਇਹੋ ਹੀ ਕਾਰਨ ਆ ਵੀ PWD ਦੀ ਜਿਹੜੀ ਇੱਕ ਤਰ੍ਹਾਂ ਨਾਲ ਬੁਰਸ਼ਾਗਰਦੀ ਕਹਿ ਲਓ, ਉਹਨੂੰ ਗੁੰਡਾਗਰਦੀ ਕਹਿ ਲਓ, ਜਿਹੜਾ ਸਾਡੇ ਮਹਿਕਮੇ ਤੋਂ NOC ਨਹੀਂ ਲਈ ਉਹਨਾਂ, ਜਿਹਦਾ ਅੱਜ ਨਤੀਜਾ ਆ ਵੀ ਸਰਕਾਰ ਦਾ 2-4 ਕਰੋੜ ਰੁਪਈਆ ਜਿਹੜਾ ਇਹ ਸੜਕ ਤੇ ਪਿਆ ਆ ਉਹ ਬਿਲਕੁਲ ਖਤਮ ਹੋ ਗਿਆ। ਮੈਂ ਸਮਝਦਾ ਜੇ ਉਹਨਾਂ NOC ਲਈ ਹੁੰਦੀ, ਕਿਉਂਕਿ ਜਿਸ ਤਰੀਕੇ ਨਾਲ ਸ਼ਹਿਰ 'ਚ ਡਿਵੈਲਪਮੈਂਟ ਚੱਲ ਰਹੀ ਆ, ਭਾਵੇਂ ਆ ਜਿਹੜਾ ਪਾਣੀ ਦੇ ਪਾਈਪ ਆ ਜਿਹੜਾ 24 ਘੰਟੇ ਪਾਣੀ ਵਾਸਤੇ ਵਰਲਡ ਬੈਂਕ ਤੋਂ ਲੋਨ ਹੋ ਕੇ ਇਹ ਜਿਹੜਾ ਕੰਮ ਚੱਲ ਰਿਹਾ, ਉਹਦੇ ਪਾਈਪ ਆ, ਉਸ ਤੋਂ ਬਾਅਦ ਗੈਸ ਪਾਈਪ ਆ, ਕਈ ਹੋਰ ਤਰ੍ਹਾਂ ਦੇ ਪ੍ਰੋਜੈਕਟ ਆ ਜਿਹੜੇ ਜ਼ਮੀਨ ਦੇ ਥੱਲੇ ਚੱਲਣੇ ਹੁੰਦੇ ਆ। ਹੋ ਸਕਦਾ ਕਈ ਥਾਵਾਂ ਤੇ ਸੀਵਰ ਦੇ ਲਿੰਕ ਦੂਸਰੇ ਪਾਸੇ ਦੇਣੇ ਹੁੰਦੇ ਆ। ਉਸ ਕਰਕੇ ਜੇ ਕਿ ਹੋਰ ਮਹਿਕਮੇ ਨੇ ਕੰਮ ਕਰਨਾ ਹੁੰਦਾ ਉਹਦੀ NOC ਲਈ ਜਾਂਦੀ ਆ, ਪਰ PWD ਨੇ ਜਿਹੜੀ NOC ਨਹੀਂ ਲਈ, ਮੈਂ ਸਮਝਦਾ ਬਹੁਤ ਜ਼ਿਆਦਾ ਘੋਰ ਅਪਰਾਧ ਹੈ। ਇਸ ਸੰਬੰਧ ਦੇ ਵਿੱਚ ਜਿਹੜੇ ਇਹਨਾਂ ਦੇ ਮੰਤਰੀ ਆ, ਇੱਥੋਂ ਦੇ SC ਆ, ਸਾਰਿਆਂ ਨੂੰ ਲਿਖਿਆ ਜਾਏਗਾ ਠੇਕੇਦਾਰ ਦੇ ਖਿਲਾਫ, ਉਹਦੀ ਜਿਹੜੀ ਆ ਲਾਇਸੈਂਸ ਕੈਂਸਲ ਕਰਨ ਦੇ ਵੀ ਲਿਖਿਆ ਜਾਊਗਾ ਤੇ ਉਹਦੇ ਨਾਲ ਪੁਲਿਸ ਨੂੰ ਪਰਚੇ ਵਾਸਤੇ ਲਿਖ ਕੇ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀ ਦੇਰ ਤੱਕ ਸਾਡਾ ਇਹ ਸੀਵਰ ਦਾ ਕੰਮ ਨਹੀਂ ਪੂਰਾ ਹੁੰਦਾ ਤੇ ਉਸ ਤੋਂ ਬਾਅਦ ਇਸ ਸੜਕ ਦਾ ਜਿਹੜੀ ਆ ਗੁਣਵੰਤਾ ਨਹੀਂ ਪੂਰੀ ਹੁੰਦੀ, ਭਾਵੇਂ ਇਹਦੀ ਥਿਕਨੈਸ ਨੂੰ ਲੈ ਕੇ ਜਾਂ ਇਹਦੀ ਕੁਆਲਿਟੀ ਨੂੰ ਲੈ ਕੇ, ਉਨੀ ਦੇਰ ਇਹਦੀ ਪੇਮੈਂਟ ਵੀ ਨਹੀਂ ਹੋਊਗੀ। ਮੈਂ ਮੰਨਾ ਜੀ ਦਾ, ਇਲਾਕੇ ਦੇ ਲੋਕਾਂ ਦਾ ਬਹੁਤ ਧੰਨਵਾਦੀ ਆ। ਜੇ ਇਸੇ ਤਰੀਕੇ ਹੀ ਲੋਕੀ ਜਾਗਰੂਕ ਹੋ ਜਾਣ, ਮੈਂ ਸਮਝਦਾ ਸਰਕਾਰ ਦਾ ਪੈਸਾ ਜਿਹੜਾ ਤੁਹਾਡੇ ਟੈਕਸਾਂ ਦੇ ਰੂਪ 'ਚ ਉਹਨਾਂ ਕੋਲ ਗਿਆ, ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਬਚੂਗਾ ਤੇ ਅਸੀਂ ਡਿਵੈਲਪਮੈਂਟ ਵੀ ਬਹੁਤ ਵਧੀਆ ਕਰਾ ਲਾਂਗੇ।